ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਮੈਂਟਰ ਵਾਈਜੀ ਕੋਚਿੰਗ ਤੋਂ। ਸਵਾਗਤ ਹੈ ਜੀ। ਅੱਜ ਆਪਾਂ ਟੀਚਿੰਗ ਇਮਤਿਹਾਨਾਂ ਦੇ ਉਸ ਹਿੱਸੇ ਬਾਰੇ ਗੱਲ ਕਰਾਂਗੇ ਜਿਸ ਦਾ ਨਾਂ ਸੁਣ ਕੇ ਹੀ ਕਈਆਂ ਦਾ ਦਿਲ ਘਬਰਾਉਣ ਲੱਗ ਜਾਂਦਾ ਹੈ। ਹਾਂਜੀ, ਇੰਗਲਿਸ਼ ਪੈਡਾਗੋਜੀ। ਪਰ ਸਵਾਲ ਇਹ ਹੈ ਕਿ ਕੀ ਇਹ ਡਰ ਸੱਚਮੁੱਚ ਅੰਗਰੇਜ਼ੀ ਦਾ ਹੈ ਜਾਂ ਫਿਰ ਗੱਲ ਕੁਝ ਹੋਰ ਹੈ? ਆਓ ਅੱਜ ਇਸ ਡਰ ਦੀ ਜੜ ਨੂੰ ਫੜਦੇ ਹਾਂ ਤੇ ਇਸ ਤੇ ਜਿੱਤ ਹਾਸਲ ਕਰਦੇ ਹਾਂ। ਕੀ ਤੁਹਾਡੇ ਨਾਲ ਵੀ ਇਮਤਿਹਾਨ ਵਿੱਚ ਇੰਜ ਹੁੰਦਾ ਹੈ ਕਿ ਜਿਵੇਂ ਹੀ ਇੰਗਲਿਸ਼ ਪੈਡਾਗੋਜੀ ਦਾ ਸੈਕਸ਼ਨ ਸਾਹਮਣੇ ਆਉਂਦਾ ਹੈ, ਦਿਲ ਦੀ ਧੜਕਨ ਇੱਕਦਮ ਤੇਜ਼ ਹੋ ਜਾਂਦੀ ਹੈ? ਬਾਕੀ ਸਾਰੇ ਵਿਸ਼ੇ ਤਾਂ ਵਧੀਆ ਚੱਲ ਰਹੇ ਹੁੰਦੇ ਨੇ, ਪਰ ਇੱਥੇ ਆ ਕੇ ਸਵਾਲ ਪੜ੍ਹਨ ਤੋਂ ਬਾਅਦ ਦਿਮਾਗ 'ਚੋਂ ਬਸ ਇੱਕੋ ਆਵਾਜ਼ ਆਉਂਦੀ ਹੈ, ਤੁੱਕਾ। ਬਈ ਅੰਦਾਜ਼ਾ ਲਗਾਓ ਤੇ ਅੱਗੇ ਵਧੋ। ਜੇਕਰ ਤੁਹਾਡੇ ਨਾਲ ਵੀ ਇੰਜ ਹੁੰਦਾ ਹੈ ਤਾਂ ਫਿਰ ਇਹ ਚਰਚਾ ਖਾਸ ਤੁਹਾਡੇ ਲਈ ਹੀ ਹੈ। ਪਰ ਇੱਕ ਗੱਲ ਨੂੰ ਨਾ ਬੜੇ ਧਿਆਨ ਨਾਲ ਸਮਝਣ ਦੀ ਲੋੜ ਹੈ। ਇੰਗਲਿਸ਼ ਪੈਡਾਗੋਜੀ ਵਿੱਚ ਨੰਬਰ ਘੱਟ ਆਉਣ ਦਾ ਅਸਲ ਕਾਰਨ ਅੰਗਰੇਜ਼ੀ ਭਾਸ਼ਾ ਦੀ ਕਮੀ ਨਹੀਂ, ਬਲਕਿ ਸਾਡੇ ਮਨ 'ਚ ਬੈਠਾ ਹੋਇਆ ਡਰ ਹੈ, ਇੱਕ ਐਸੀ ਮਨੋਵਿਗਿਆਨਿਕ ਰੁਕਾਵਟ ਜੋ ਸਾਨੂੰ ਸੋਚਣ ਹੀ ਨਹੀਂ ਦਿੰਦੀ। ਤਾਂ ਅੱਜ ਆਪਾਂ ਇਸੇ ਡਰ ਨੂੰ ਜੜੋਂ ਪੁੱਟਣ ਆਏ ਹਾਂ। ਤਾਂ ਚਲੋ ਇਸ ਸਫ਼ਰ ਤੇ ਅੱਗੇ ਵਧਦੇ ਹਾਂ। ਇਹ ਹੈ ਸਾਡਾ ਅੱਜ ਦਾ ਪੂਰਾ ਰੋਡ ਮੈਪ। ਆਪਾਂ ਪਹਿਲਾਂ ਤੁਹਾਡੇ ਡਰ ਨੂੰ ਸਮਝਾਂਗੇ, ਫਿਰ ਇੱਕ ਅਜਿਹੇ ਰਾਜ਼, ਇੱਕ ਹਿਡਨ ਹਿੰਦੀ ਕਨੈਕਸ਼ਨ ਤੋਂ ਪਰਦਾ ਚੁੱਕਾਂਗੇ ਜੋ ਸਭ ਕੁਝ ਬਦਲ ਦੇਵੇਗਾ। ਉਸ ਤੋਂ ਬਾਅਦ ਕੁਝ ਸੰਕਲਪਾਂ ਦੇ ਜੋੜੇ ਬਣਾਵਾਂਗੇ, ਸਟੇਟਸ ਆਫ ਇੰਗਲਿਸ਼ ਵਾਲੇ ਸਵਾਲ ਦੇ ਜਾਲ ਨੂੰ ਸਮਝਾਂਗੇ, ਕੁਝ ਖਾਸ ਐਂਸਰ ਮੈਗਨੇਟਸ ਯਾਨੀ ਜਵਾਬਾਂ ਨੂੰ ਖਿੱਚਣ ਵਾਲੇ ਸ਼ਬਦਾਂ ਨੂੰ ਪਛਾਣਾਂਗੇ ਅਤੇ ਅਖੀਰ ਵਿੱਚ ਅਧਿਆਪਕ ਦੀ ਭੂਮਿਕਾ ਅਤੇ ਗਲਤੀਆਂ ਬਾਰੇ ਸਿੱਖਾਂਗੇ। ਤਾਂ ਆਓ ਸ਼ੁਰੂ ਕਰੀਏ ਸਾਡੇ ਸਭ ਤੋਂ ਪਹਿਲੇ ਅਤੇ ਸਭ ਤੋਂ ਜ਼ਰੂਰੀ ਰਾਜ਼ ਨਾਲ। ਇਹ ਇੱਕ ਇਹੋ ਜਿਹਾ ਸੱਚ ਹੈ ਜੋ ਇੰਗਲਿਸ਼ ਪੈਡਾਗੋਜੀ ਨੂੰ ਦੇਖਣ ਦਾ ਤੁਹਾਡਾ ਨਜ਼ਰੀਆ ਹਮੇਸ਼ਾ ਲਈ ਬਦਲ ਕੇ ਰੱਖ ਦੇਵੇਗਾ। ਇਹ ਹੈ ਦ ਹਿਡਨ ਹਿੰਦੀ ਕਨੈਕਸ਼ਨ, ਯਾਨੀ ਕਿ ਅੰਗਰੇਜ਼ੀ ਪੈਡਾਗੋਜੀ ਦਾ ਲੁਕਿਆ ਹੋਇਆ ਹਿੰਦੀ ਕਨੈਕਸ਼ਨ। ਇਹ ਲਾਈਨ ਬੜੇ ਧਿਆਨ ਨਾਲ ਸੁਣੋ। ਇੰਗਲਿਸ਼ ਪੈਡਾਗੋਜੀ ਅਸਲ ਵਿੱਚ ਸਿਰਫ ਕੱਪੜੇ ਬਦਲੀ ਹੋਈ ਹਿੰਦੀ ਪੈਡਾਗੋਜੀ ਹੀ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ। ਜਿਹੜੇ ਸਿਧਾਂਤ, ਜਿਹੜੇ ਸੰਕਲਪ ਤੁਸੀਂ ਹਿੰਦੀ ਪੈਡਾਗੋਜੀ ਵਿੱਚ ਪੜ੍ਹਦੇ ਹੋ, ਉਹੀ ਇੱਥੇ ਵੀ ਲਾਗੂ ਹੁੰਦੇ ਨੇ। ਬਸ ਫਰਕ ਸ਼ਬਦਾਵਲੀ ਦਾ ਹੈ, ਸਿਧਾਂਤ ਦਾ ਬਿਲਕੁਲ ਨਹੀਂ। ਤਾਂ ਫਿਰ ਇਸ ਡਰ ਤੇ ਕਾਬੂ ਪਾਉਣ ਦਾ ਤਰੀਕਾ ਕੀ ਹੈ? ਤਰੀਕਾ ਬਹੁਤ ਸੌਖਾ ਹੈ, ਜੋੜੀ ਬਣਾਉਣਾ। ਤੁਹਾਨੂੰ ਕੋਈ ਅੰਗਰੇਜ਼ੀ ਦਾ ਵਿਦਵਾਨ ਬਣਨ ਦੀ ਲੋੜ ਨਹੀਂ ਹੈ। ਤੁਹਾਨੂੰ ਬਸ ਹਿੰਦੀ ਪੈਡਾਗੋਜੀ ਦੇ ਹਰ ਸੰਕਲਪ ਨੂੰ ਉਸਦੇ ਅੰਗਰੇਜ਼ੀ ਵਾਲੇ ਹਮਸ਼ਕਲ ਨਾਲ ਮਿਲਾਉਣਾ ਸਿੱਖਣਾ ਹੈ। ਜੇ ਤੁਸੀਂ ਇਹ ਜੋੜੀ ਬਣਾਉਣੀ ਸਿੱਖ ਗਏ ਤਾਂ ਸਮਝੋ ਅੱਧੀ ਜੰਗ ਜਿੱਤ ਲਈ। ਚਲੋ ਫਿਰ ਇਸ ਜੋੜੀ ਬਣਾਉਣ ਦੀ ਤਕਨੀਕ ਨੂੰ ਅਮਲ ਵਿੱਚ ਲਿਆਉਂਦੇ ਹਾਂ। ਆਪਾਂ ਭਾਸ਼ਾ ਸਿੱਖਿਆ ਸ਼ਾਸਤਰ ਯਾਨੀ ਲੈਂਗੁਏਜ ਪੈਡਾਗੋਜੀ ਦੇ ਸਭ ਤੋਂ ਬੁਨਿਆਦੀ ਅਤੇ ਸਭ ਤੋਂ ਮਹੱਤਵਪੂਰਨ ਜੋੜੇ ਨਾਲ ਸ਼ੁਰੂਆਤ ਕਰਦੇ ਹਾਂ। ਭਾਸ਼ਾ ਅਰਜਨ ਬਨਾਮ ਭਾਸ਼ਾ ਅਧਿਗਮ, ਯਾਨੀ ਕਿ ਐਕੁਇਜ਼ੀਸ਼ਨ ਵਰਸਸ ਲਰਨਿੰਗ। ਪਹਿਲਾ ਸੰਕਲਪ ਹੈ ਭਾਸ਼ਾ ਅਰਜਨ, ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਐਕੁਇਜ਼ੀਸ਼ਨ। ਅਰਜਨ ਜਾਂ ਐਕੁਇਜ਼ੀਸ਼ਨ ਦਾ ਸਿੱਧਾ ਮਤਲਬ ਹੈ ਉਹ ਭਾਸ਼ਾ ਜੋ ਅਸੀਂ ਕੁਦਰਤੀ ਤੌਰ ਤੇ ਆਪਣੇ ਆਪ ਗ੍ਰਹਿਣ ਕਰ ਲੈਂਦੇ ਹਾਂ। ਜਿਵੇਂ ਇੱਕ ਬੱਚਾ ਆਪਣੀ ਮਾਂ ਬੋਲੀ ਸਿੱਖਦਾ, ਆਪਣੀ ਦਾਦੀ ਨਾਨੀ ਦੀ ਰਸੋਈ ਵਿੱਚ ਖੇਡਦਾ ਹੋਇਆ, ਗੱਲਾਂ ਸੁਣਦਾ। ਇਸ ਵਿੱਚ ਕੋਈ ਨਿਯਮ ਨਹੀਂ ਹੁੰਦੇ, ਕੋਈ ਕਿਤਾਬਾਂ ਨਹੀਂ, ਕੋਈ ਸਿਖਾਉਣ ਦੀ ਖਾਸ ਕੋਸ਼ਿਸ਼ ਨਹੀਂ। ਇਹ ਤਾਂ ਬਸ ਮਾਹੌਲ ਤੋਂ ਆਪਣੇ ਆਪ ਆ ਜਾਂਦੀ ਹੈ। ਤਾਂ ਫਿਰ ਜੇਕਰ ਇਮਤਿਹਾਨ ਦੇ ਸਵਾਲ ਵਿੱਚ ਐਕੁਇਜ਼ੀਸ਼ਨ ਸ਼ਬਦ ਦਿਖਾਈ ਦੇਵੇ ਤਾਂ ਤੁਹਾਡੇ ਦਿਮਾਗ ਵਿੱਚ ਇਹ 4 ਸ਼ਬਦ ਤੁਰੰਤ ਆਉਣੇ ਚਾਹੀਦੇ ਨੇ। ਇਹ ਪ੍ਰਕਿਰਿਆ ਨੈਚੁਰਲ ਯਾਨੀ ਕੁਦਰਤੀ ਹੁੰਦੀ ਹੈ। ਇਹ ਸਬਕੌਂਸ਼ੀਅਸ ਯਾਨੀ ਅਵਚੇਤਨ ਮਨ ਨਾਲ ਹੁੰਦੀ ਹੈ। ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਕਦੋਂ ਸਿੱਖ ਗਏ। ਇਸ ਵਿੱਚ ਗ੍ਰਾਮਰ ਰੂਲਸ ਦੀ ਕੋਈ ਜਗ੍ਹਾ ਨਹੀਂ ਹੁੰਦੀ ਅਤੇ ਇਹ ਆਮ ਤੌਰ ਤੇ ਸਾਡੀ ਮਦਰ ਟੰਗ ਯਾਨੀ ਮਾਂ ਬੋਲੀ ਲਈ ਹੁੰਦੀ ਹੈ। ਹੁਣ ਆਉਂਦੇ ਹਾਂ ਇਸ ਦੇ ਜੋੜੀਦਾਰ ਤੇ, ਭਾਸ਼ਾ ਅਧਿਗਮ, ਜਿਸ ਨੂੰ ਇੰਗਲਿਸ਼ ਵਿੱਚ ਲਰਨਿੰਗ ਕਿਹਾ ਜਾਂਦਾ ਹੈ। ਲਰਨਿੰਗ ਐਕੁਇਜ਼ੀਸ਼ਨ ਤੋਂ ਬਿਲਕੁਲ ਉਲਟ ਚੀਜ਼ ਹੈ। ਇਹ ਹੈ ਸਕੂਲ ਵਾਲੀ ਭਾਸ਼ਾ, ਜਿਸ ਨੂੰ ਸਿੱਖਣ ਲਈ ਸਾਨੂੰ ਸੁਚੇਤ ਹੋ ਕੇ ਪੂਰੀ ਕੋਸ਼ਿਸ਼ ਕਰਨੀ ਪੈਂਦੀ ਹੈ, ਨਿਯਮਾਂ ਦੀ ਲੋੜ ਪੈਂਦੀ ਹੈ ਅਤੇ ਇੱਕ ਰਸਮੀ ਢਾਂਚੇ ਵਿੱਚ ਯਾਨੀ ਫਾਰਮਲ ਤਰੀਕੇ ਨਾਲ ਸਿਖਾਇਆ ਜਾਂਦਾ ਹੈ। ਲਰਨਿੰਗ ਦੇ ਕੀਵਰਡ ਐਕੁਇਜ਼ੀਸ਼ਨ ਤੋਂ ਇੱਕਦਮ ਉਲਟ ਨੇ। ਇਹ ਪ੍ਰਕਿਰਿਆ ਕੌਨਸ਼ੀਅਸ ਯਾਨੀ ਪੂਰੇ ਚੇਤਨ ਹੋ ਕੇ ਹੁੰਦੀ ਹੈ। ਅਸੀਂ ਧਿਆਨ ਲਗਾ ਕੇ ਸਿੱਖਦੇ ਹਾਂ। ਇਹ ਫਾਰਮਲ ਯਾਨੀ ਰਸਮੀ ਹੁੰਦੀ ਹੈ, ਜਿਵੇਂ ਕਿ ਕਲਾਸਰੂਮ ਵਿੱਚ। ਇਸ ਵਿੱਚ ਰੂਲਸ ਅਤੇ ਗ੍ਰਾਮਰ ਦੀ ਬਹੁਤ ਵੱਡੀ ਭੂਮਿਕਾ ਹੈ ਅਤੇ ਇਹ ਆਮ ਤੌਰ ਤੇ ਸੈਕੰਡ ਲੈਂਗੁਏਜ ਯਾਨੀ ਦੂਜੀ ਭਾਸ਼ਾ ਜਿਵੇਂ ਕਿ ਅੰਗਰੇਜ਼ੀ ਨੂੰ ਸਿੱਖਣ ਲਈ ਵਰਤੀ ਜਾਂਦੀ ਹੈ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਦੋਵੇਂ ਕਿੰਨੇ ਵੱਖਰੇ ਨੇ। ਇੱਕ ਪਾਸੇ ਹੈ ਕੁਦਰਤੀ ਤੇ ਬਿਨਾਂ ਮਿਹਨਤ ਦੇ ਭਾਸ਼ਾ ਨੂੰ ਗ੍ਰਹਿਣ ਕਰਨਾ ਤੇ ਦੂਜੇ ਪਾਸੇ ਹੈ ਪੂਰੇ ਧਿਆਨ ਅਤੇ ਨਿਯਮਾਂ ਨਾਲ ਉਸ ਨੂੰ ਸਿੱਖਣਾ। ਜਦੋਂ ਤੁਸੀਂ ਇਹ ਬੁਨਿਆਦੀ ਫਰਕ ਸਮਝ ਜਾਂਦੇ ਹੋ
ਤਾਂ ਇਸ ਨਾਲ ਜੁੜੇ ਹੋਏ ਸਵਾਲ ਪੇਪਰ ਵਿੱਚ ਕਦੇ ਵੀ ਗਲਤ ਨਹੀਂ ਹੋਣਗੇ। ਚਲੋ ਅਗਲੇ ਪੜਾਅ ਤੇ ਚੱਲਦੇ ਹਾਂ। ਹੁਣ ਆਪਾਂ ਗੱਲ ਕਰਾਂਗੇ ਉਸ ਖਾਸ ਸਵਾਲ ਦੀ ਜੋ ਦੇਖਣ ਨੂੰ ਤਾਂ ਸੌਖਾ ਲੱਗਦਾ ਹੈ ਪਰ ਅਸਲ ਵਿੱਚ ਇੱਕ ਲੁਕਿਆ ਹੋਇਆ ਜਾਲ ਹੈ। ਇੱਕ ਅਜਿਹਾ ਸਵਾਲ ਜਿਸ ਦੇ 2 ਸਹੀ ਜਵਾਬ ਹੋ ਸਕਦੇ ਨੇ ਤੇ ਸਹੀ ਜਵਾਬ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸਵਾਲ ਪੁੱਛਿਆ ਕਿਵੇਂ ਗਿਆ ਹੈ। ਇਹ ਹੈ ਦ ਸਟੇਟਸ ਆਫ ਇੰਗਲਿਸ਼ ਦਾ ਜਾਲ। ਸਵਾਲ ਬਹੁਤ ਸਿੱਧਾ-ਸਾਦਾ ਲੱਗਦਾ ਹੈ। ਭਾਰਤ ਵਿੱਚ ਅੰਗਰੇਜ਼ੀ ਭਾਸ਼ਾ ਦਾ ਸਰਕਾਰੀ ਦਰਜਾ ਕੀ ਹੈ? ਪਰ ਇਹੀ ਉਹ ਜਗ੍ਹਾ ਹੈ ਜਿੱਥੇ ਜ਼ਿਆਦਾਤਰ ਲੋਕ ਉਲਝ ਜਾਂਦੇ ਨੇ। ਕਿਉਂ? ਕਿਉਂਕਿ ਸਾਡਾ ਸੰਵਿਧਾਨ ਕੁਝ ਹੋਰ ਕਹਿੰਦਾ ਹੈ ਅਤੇ ਨੈਸ਼ਨਲ ਕਰਿਕੂਲਮ ਫਰੇਮਵਰਕ ਯਾਨੀ NCF 2005 ਕੁਝ ਹੋਰ। ਦੇਖੋ, ਇਸ ਉਲਝਣ ਨੂੰ ਸੁਲਝਾਉਣ ਦਾ ਤਰੀਕਾ ਹੈ ਸੰਦਰਭ ਨੂੰ ਸਮਝਣਾ। ਜੇ ਸਵਾਲ ਸੰਵਿਧਾਨ ਦੇ ਹਿਸਾਬ ਨਾਲ ਪੁੱਛਿਆ ਜਾਵੇ ਤਾਂ ਹਿੰਦੀ ਸਾਡੀ ਆਫੀਸ਼ੀਅਲ ਲੈਂਗੁਏਜ ਯਾਨੀ ਰਾਜ ਭਾਸ਼ਾ ਹੈ ਅਤੇ ਇੰਗਲਿਸ਼ ਇੱਕ ਐਸੋਸੀਏਟ ਆਫੀਸ਼ੀਅਲ ਲੈਂਗੁਏਜ ਯਾਨੀ ਸਹਿ ਰਾਜ ਭਾਸ਼ਾ ਹੈ। ਪਰ ਜੇ NCF 2005 ਦੇ ਹਿਸਾਬ ਨਾਲ ਦੇਖੀਏ ਤਾਂ ਉਹ ਭਾਸ਼ਾ ਨੂੰ ਕਾਨੂੰਨੀ ਨਹੀਂ ਸਗੋਂ ਸਿੱਖਿਆ ਤੇ ਸਮਾਜਿਕ ਨਜ਼ਰੀਏ ਤੋਂ ਦੇਖਦਾ ਹੈ। ਇਸ ਲਈ NCF ਦੇ ਮੁਤਾਬਿਕ ਇੰਗਲਿਸ਼ ਇੱਕ ਗਲੋਬਲ ਲੈਂਗੁਏਜ ਯਾਨੀ ਵਿਸ਼ਵਵਿਆਪੀ ਭਾਸ਼ਾ ਹੈ। ਤਾਂ ਰਾਜ਼ ਦੀ ਗੱਲ ਇਹ ਹੈ ਕਿ ਸਹੀ ਜਵਾਬ ਪੂਰੀ ਤਰ੍ਹਾਂ ਸਵਾਲ ਦੇ ਸ਼ਬਦਾਂ ਤੇ ਨਿਰਭਰ ਕਰਦਾ ਹੈ। ਜੇ ਸਵਾਲ ਵਿੱਚ ਕਨਸਟੀਟਿਊਸ਼ਨ ਦਾ ਜ਼ਿਕਰ ਹੈ ਤਾਂ ਜਵਾਬ ਹੋਰ ਹੋਵੇਗਾ, ਪਰ ਜੇ ਸਵਾਲ ਵਿੱਚ NCF ਜਾਂ ਮਲਟੀਲਿੰਗੁਅਲ ਕੰਟਰੀ ਯਾਨੀ ਬਹੁਭਾਸ਼ਾਈ ਦੇਸ਼ ਦਾ ਜ਼ਿਕਰ ਹੈ ਤਾਂ ਜਵਾਬ ਬਦਲ ਜਾਵੇਗਾ। ਤੁਹਾਨੂੰ ਬਸ ਸਵਾਲ ਵਿੱਚ ਲੁਕੇ ਕੀਵਰਡ ਤੇ ਧਿਆਨ ਦੇਣਾ ਹੈ। ਚਲੋ, ਤੁਹਾਡੀ ਸਮਝ ਨੂੰ ਪਰਖਦੇ ਹਾਂ। ਸਵਾਲ ਹੈ, ਅਕੋਰਡਿੰਗ ਟੂ ਦ ਕਨਸਟੀਟਿਊਸ਼ਨ ਆਫ ਇੰਡੀਆ, ਇੰਗਲਿਸ਼ ਇਜ਼ A. an associate official language ਜਾਂ B. a global language। ਹੁਣ ਸੋਚੋ, ਕਿਉਂਕਿ ਸਵਾਲ ਵਿੱਚ ਸਾਫ਼-ਸਾਫ਼ ਕਨਸਟੀਟਿਊਸ਼ਨ ਲਿਖਿਆ ਹੈ, ਇਸ ਲਈ ਸਹੀ ਜਵਾਬ ਹੈ A. an associate official language। ਦੇਖਿਆ, ਜੇਕਰ ਤੁਸੀਂ ਸੰਦਰਭ ਨੂੰ ਸਮਝਦੇ ਹੋ ਤਾਂ ਇਹ ਕਿੰਨਾ ਆਸਾਨ ਹੋ ਜਾਂਦਾ ਹੈ। ਜਿਵੇਂ ਹੁਣੇ ਆਪਾਂ ਕਨਸਟੀਟਿਊਸ਼ਨ ਅਤੇ NCF ਵਰਗੇ ਸ਼ਬਦਾਂ ਨੂੰ ਪਛਾਣ ਕੇ ਸਹੀ ਜਵਾਬ ਲੱਭਿਆ, ਉਸੇ ਤਰ੍ਹਾਂ ਪੂਰੀ ਪੈਡਾਗੋਜੀ ਵਿੱਚ ਕੁਝ ਹੋਰ ਸ਼ਬਦ ਵੀ ਨੇ ਜੋ ਜਵਾਬਾਂ ਦੇ ਚੁੰਬਕ ਯਾਨੀ ਆਨਸਰ ਮੈਗਨੇਟਸ ਵਾਂਗ ਕੰਮ ਕਰਦੇ ਨੇ। ਇਹ ਉਹ ਸ਼ਬਦ ਨੇ ਜੋ ਤੁਹਾਨੂੰ ਜਾਂ ਤਾਂ ਸਿੱਧਾ ਸਹੀ ਜਵਾਬ ਵੱਲ ਖਿੱਚਦੇ ਨੇ ਜਾਂ ਫਿਰ ਗਲਤ ਜਵਾਬਾਂ ਤੋਂ ਪਰੇ ਧੱਕ ਦਿੰਦੇ ਨੇ। ਪਹਿਲਾਂ ਗੱਲ ਕਰਦੇ ਹਾਂ ਸਕਾਰਾਤਮਕ ਸ਼ਬਦਾਂ ਦੀ, ਜਿਨ੍ਹਾਂ ਨੂੰ ਪੋਜ਼ਿਟਿਵ ਟੈਗ ਵਰਡਸ ਕਹਿੰਦੇ ਹਾਂ। ਪਹਿਲਾ ਹੈ ਸਕੈਫੋਲਡਿੰਗ ਯਾਨੀ ਅਸਥਾਈ ਮਦਦ। ਇਸ ਦਾ ਮਤਲਬ ਹੈ ਕਿ ਟੀਚਰ ਬੱਚੇ ਨੂੰ ਸਿੱਖਣ ਵਿੱਚ ਥੋੜਾ ਜਿਹਾ ਸਹਾਰਾ ਦਿੰਦਾ ਹੈ ਤੇ ਜਿਵੇਂ ਹੀ ਬੱਚਾ ਸਿੱਖ ਜਾਂਦਾ ਹੈ ਉਹ ਸਹਾਰਾ ਹਟਾ ਲੈਂਦਾ ਹੈ। ਦੂਜਾ ਹੈ ਕੰਪਰੀਹੈਂਸਿਬਲ ਇਨਪੁਟ ਯਾਨੀ ਬੱਚੇ ਨੂੰ ਉਸ ਦੇ ਪੱਧਰ ਤੋਂ ਸਿਰਫ ਇੱਕ ਕਦਮ ਉੱਪਰ ਦੀ ਜਾਣਕਾਰੀ ਦੇਣਾ। ਤੇ ਤੀਜਾ ਮਲਟੀਲਿੰਗੁਅਲਿਜ਼ਮ ਐਜ਼ ਅ ਰਿਸੋਰਸ ਯਾਨੀ ਕਲਾਸ ਵਿੱਚ ਵੱਖ-ਵੱਖ ਭਾਸ਼ਾਵਾਂ ਨੂੰ ਸਮੱਸਿਆ ਨਹੀਂ ਸਗੋਂ ਇੱਕ ਸੰਸਾਧਨ ਮੰਨਣਾ। ਇਸੇ ਤਰ੍ਹਾਂ ਕੁਝ ਨਕਾਰਾਤਮਕ ਸ਼ਬਦ ਵੀ ਨੇ ਜਿਨ੍ਹਾਂ ਨੂੰ ਨੈਗੇਟਿਵ ਟੈਗ ਵਰਡਸ ਕਿਹਾ ਜਾਂਦਾ ਹੈ ਤੇ ਇਹ ਹਮੇਸ਼ਾ ਗਲਤ ਜਵਾਬ ਵੱਲ ਇਸ਼ਾਰਾ ਕਰਦੇ ਨੇ, ਜਿਵੇਂ ਕਿ ਰੋਟ ਮੈਮੋਰਾਈਜ਼ੇਸ਼ਨ ਯਾਨੀ ਰੱਟਾ ਮਾਰਨਾ। ਜਿੱਥੇ ਵੀ ਇਹ ਸ਼ਬਦ ਦਿਸੇ ਉਹ ਆਪਸ਼ਨ ਕਦੇ ਵੀ ਸਹੀ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਡ੍ਰਿਲਿੰਗ ਯਾਨੀ ਬਾਰ-ਬਾਰ ਅਭਿਆਸ ਕਰਾਉਣਾ, ਕਾਪੀਇੰਗ ਯਾਨੀ ਨਕਲ ਕਰਨਾ ਅਤੇ ਐਗਜ਼ੈਕਟ ਰੀਪਰੋਡਕਸ਼ਨ ਯਾਨੀ ਹੂਬਹੂ ਉਤਾਰ ਦੇਣਾ, ਇਹ ਸਾਰੇ ਨਕਾਰਾਤਮਕ ਸ਼ਬਦ ਹਨ। ਹੁਣ ਆਪਾਂ ਪਹੁੰਚ ਗਏ ਹਾਂ ਆਪਣੇ ਆਖਰੀ 2 ਬਹੁਤ ਹੀ ਮਹੱਤਵਪੂਰਨ ਸੰਕਲਪਾਂ ਤੇ। ਅੱਜ ਦੇ ਸਮੇਂ ਵਿੱਚ ਇੱਕ ਅਧਿਆਪਕ ਦੀ ਭੂਮਿਕਾ ਕੀ ਹੈ ਅਤੇ ਵਿਦਿਆਰਥੀਆਂ ਦੀਆਂ ਗਲਤੀਆਂ ਨੂੰ ਸਾਨੂੰ ਕਿਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ। ਅੱਜ ਦੀ ਸਿੱਖਿਆ ਪ੍ਰਣਾਲੀ ਵਿੱਚ ਅਧਿਆਪਕ ਦੀ ਭੂਮਿਕਾ ਇੱਕ ਫੈਸਿਲਿਟੇਟਰ ਯਾਨੀ ਸੁਗਮਕਰਤਾ ਦੀ ਹੈ। ਉਹ ਕੋਈ ਗਿਆਨ ਦਾ ਤਾਨਾਸ਼ਾਹ ਨਹੀਂ ਹੈ ਜੋ ਬੱਚਿਆਂ ਦੇ ਦਿਮਾਗ ਵਿੱਚ ਗਿਆਨ ਠੋਸਦਾ ਹੈ, ਸਗੋਂ ਉਹ ਇੱਕ ਅਜਿਹਾ ਮਾਹੌਲ ਤਿਆਰ ਕਰਦਾ ਹੈ ਜਿੱਥੇ ਬੱਚੇ ਖੁਦ ਸੋਚ ਸਕਣ, ਖੋਜ ਕਰ ਸਕਣ ਤੇ ਸਿੱਖ ਸਕਣ। ਉਹ ਇੱਕ ਗਾਈਡ ਹੈ, ਇੱਕ ਮਾਰਗਦਰਸ਼ਕ। ਅਤੇ ਇੱਕ ਸੁਗਮਕਰਤਾ ਵਜੋਂ ਗਲਤੀਆਂ ਨੂੰ ਕਿਵੇਂ ਦੇਖਣਾ ਚਾਹੀਦਾ ਹੈ? ਇਹ ਗੱਲ ਹਮੇਸ਼ਾ ਯਾਦ ਰੱਖੋ, ਗਲਤੀਆਂ ਅਸਫਲਤਾਵਾਂ ਨਹੀਂ ਹੁੰਦੀਆਂ। ਐਰਰਜ਼ ਸਿੱਖਣ ਦੀ ਪ੍ਰਕਿਰਿਆ ਦਾ ਇੱਕ ਕੁਦਰਤੀ ਤੇ ਬਹੁਤ ਜ਼ਰੂਰੀ ਹਿੱਸਾ ਹਨ। ਉਹ ਇਸ ਗੱਲ ਦਾ ਸਬੂਤ ਨੇ ਕਿ ਵਿਦਿਆਰਥੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਨੂੰ ਤੁਰੰਤ ਠੀਕ ਕਰਨਾ ਬੱਚੇ ਦੇ ਸਿੱਖਣ ਦੇ ਮੌਕੇ ਨੂੰ ਖੋਹ ਲੈਣ ਦੇ ਬਰਾਬਰ ਹੈ। ਤਾਂ ਅੱਜ ਦੀ ਸਾਰੀ ਗੱਲਬਾਤ ਦਾ ਨਿਚੋੜ ਕੀ ਹੈ? ਇਹ ਹੈ ਇੰਗਲਿਸ਼ ਪੈਡਾਗੋਜੀ ਲਈ ਤੁਹਾਡੀ ਨਵੀਂ ਡਰ-ਮੁਕਤ ਰਣਨੀਤੀ। ਪਹਿਲਾ, ਹਿੰਦੀ ਦੇ ਸੰਕਲਪਾਂ ਨੂੰ ਅੰਗਰੇਜ਼ੀ ਦੇ ਕੀਵਰਡ ਨਾਲ ਜੋੜੋ। ਦੂਜਾ, ਸਟੇਟਸ ਆਫ ਇੰਗਲਿਸ਼ ਵਾਲੇ ਸਵਾਲ ਵਿੱਚ ਹਮੇਸ਼ਾ ਸੰਦਰਭ ਯਾਨੀ ਕੰਟੈਕਸਟ ਤੇ ਧਿਆਨ ਦਿਓ। ਤੀਜਾ, ਪੋਜ਼ਿਟਿਵ ਅਤੇ ਨੈਗੇਟਿਵ ਆਨਸਰ ਮੈਗਨੇਟਸ ਨੂੰ ਪਛਾਣ ਕੇ ਗਲਤ ਆਪਸ਼ਨਾਂ ਨੂੰ ਬਾਹਰ ਕੱਢੋ। ਅਤੇ ਅਖੀਰ ਵਿੱਚ ਯਾਦ ਰੱਖੋ ਕਿ ਗਲਤੀਆਂ ਸਿੱਖਣ ਦਾ ਹਿੱਸਾ ਨੇ, ਰੁਕਾਵਟ ਨਹੀਂ।
ਜੇਕਰ ਤੁਸੀਂ ਇਹਨਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖੋਗੇ ਤਾਂ ਇੰਗਲਿਸ਼ ਪੈਡਾਗੋਜੀ ਤੁਹਾਡਾ ਸਕੋਰ ਘੱਟ ਨਹੀਂ ਕਰੇਗੀ, ਸਗੋਂ ਵਧਾਏਗੀ।